7ਵੀਂ ਸ਼੍ਰੇਣੀ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਆਖਦੇ ਹਾਂ। ਵਿਦਿਆਰਥੀਓ, ਪਰਮਵੀਰ ਪੰਜਾਬੀ ਵਿਆਕਰਣ ਅਤੇ ਲਿਖਣ ਕਲਾ 7 ਦਾ ਪਾਠ ਨੰਬਰ 22 ਸ਼ੁਰੂ ਕਰਨ ਜਾ ਰਹੇ ਹਾਂ। ਵਾਕਬੋਧ, ਜੋ ਕਿ ਪੰਨਾ ਨੰਬਰ 99 ਤੇ 99 ਤੇ ਹੈ। ਸੋ ਖੋਲੋ ਪੁਸਤਕਾਂ, ਸ਼ੁਰੂ ਕਰਦੇ ਹਾਂ। ਵਾਕਬੋਧ। ਵਾਕਬੋਧ ਵਿਆਕਰਣ ਦੇ ਜਿਸ ਭਾਗ ਵਿੱਚ ਵਾਕ ਰਚਨਾ, ਵਾਕ ਦੀਆਂ ਕਿਸਮਾਂ, ਵਾਕ ਵਟਾਂਦਰਾ ਅਤੇ ਵਿਸਰਾਮ ਚਿੰਨ੍ਹਾਂ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ, ਉਸ ਨੂੰ ਅਸੀਂ ਵਾਕਬੋਧ ਕਹਿੰਦੇ ਹਾਂ। ਕਿ ਵਿਆਕਰਣ ਦਾ ਉਹ ਹਿੱਸਾ ਹੈ ਜਿਹਦੇ ਵਿੱਚ ਸਾਨੂੰ ਵਾਕ ਰਚਨਾ ਬਾਰੇ ਪਤਾ ਲੱਗਦਾ ਹੈ, ਕਿਸਮਾਂ ਕੀ ਹਨ ਵਾਕਾਂ ਦੀਆਂ, ਕਿਵੇਂ ਉਹਦਾ ਵਾਕ ਦਾ ਵਟਾਂਦਰਾ ਕੀਤਾ ਜਾਂਦਾ ਹੈ, ਤਬਦੀਲੀ ਕੀਤੀ ਜਾਂਦੀ ਹੈ, ਬਦਲਿਆ ਜਾਂਦਾ ਹੈ, ਅਤੇ ਵਿਸਰਾਮ ਚਿੰਨ੍ਹਾਂ ਦੀ ਜਾਣਕਾਰੀ ਮਿਲਦੀ ਹੈ, ਉਸ ਨੂੰ ਅਸੀਂ ਵਾਕਬੋਧ ਆਖਦੇ ਹਾਂ। ਵਾਕ ਰਚਨਾ ਕੀ ਹੈ? ਵਰਨਾਂ ਦੇ ਸੁਮੇਲ ਨਾਲ ਸ਼ਬਦ ਅਤੇ ਸ਼ਬਦਾਂ ਦੇ ਸੁਮੇਲ ਨਾਲ ਵਾਕ ਦੀ ਰਚਨਾ ਕੀਤੀ ਜਾਂਦੀ ਹੈ। ਫਿਰ ਵਾਕ ਦੀ ਪਰਿਭਾਸ਼ਾ ਕੀ ਬਣੇਗੀ? ਇੱਕ ਨਿਸ਼ਚਿਤ ਤਰਤੀਬ ਵਿੱਚ ਬੱਝੇ ਸ਼ਬਦ ਜੋ ਕਿਸੇ ਭਾਵ ਨੂੰ ਪ੍ਰਗਟ ਕਰਦੇ ਹੋਣ। ਇੱਕ ਨਿਸ਼ਚਿਤ ਤਰਤੀਬ ਦੇ ਦਿੱਤੀ ਜਾਵੇ, ਸੀਕੁਐਂਸ ਬਣਾ ਦਿੱਤਾ ਜਾਵੇ, ਸਹੀ ਤਰੀਕੇ ਨਾਲ ਉਹਨਾਂ ਸ਼ਬਦਾਂ ਨੂੰ ਬੰਨ੍ਹਿਆ ਜਾਵੇ ਤਰਤੀਬ ਦੇ ਵਿੱਚ, ਜਿਹੜੇ ਕਿ ਸਾਨੂੰ ਕੋਈ ਨਾ ਕੋਈ ਭਾਵ ਪ੍ਰਗਟਾ ਰਹੇ ਹੋਣ, ਉਹਨਾਂ ਨੂੰ ਅਸੀਂ ਵਾਕ ਆਖਦੇ ਹਾਂ। ਇਸ ਤਰ੍ਹਾਂ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਸਾਰਥਿਕ ਇਕਾਈ ਹੁੰਦੀ ਹੈ। ਹਿੱਸੇ ਕੀ ਹਨ ਵਾਕ ਦੇ? ਵਿਆਕਰਣ ਅਨੁਸਾਰ ਵਾਕ ਦੇ ਮੁੱਖ ਤੌਰ 'ਤੇ ਦੋ ਹਿੱਸੇ ਹੁੰਦੇ ਹਨ। ਦੋ ਹਨ, ਕਿਹੜੇ-ਕਿਹੜੇ? ਉਦੇਸ਼ ਤੇ ਵਿਧੇਯ। ਉਦੇਸ਼ ਕੀ ਹੈ? ਵਾਕ ਵਿੱਚ ਜਿਸ ਬਾਰੇ ਕਿਹਾ ਜਾਵੇ, ਜਿਹਦੇ ਬਾਰੇ ਗੱਲ ਕੀਤੀ ਜਾਵੇ, ਉਸ ਨੂੰ ਉਦੇਸ਼ ਕਿਹਾ ਜਾਂਦਾ ਹੈ। ਜਿਵੇਂ ਮੁੰਡਾ ਪੜ੍ਹ ਰਿਹਾ ਹੈ, ਵਾਕ ਵਿੱਚ ਮੁੰਡਾ ਉਦੇਸ਼ ਹੈ। ਵਿਧੇਯ, ਵਿਧੇਯ ਕੀ ਹੁੰਦਾ ਹੈ? ਵਾਕ ਵਿੱਚ ਜੋ ਕੁਝ ਉਦੇਸ਼ ਸੰਬੰਧੀ ਕਿਹਾ ਜਾਂਦਾ ਹੈ, ਉਸ ਨੂੰ ਵਿਧੇਯ ਆਖਿਆ ਜਾਂਦਾ ਹੈ। ਜਿਵੇਂ ਮੁੰਡਾ ਪੜ੍ਹ ਰਿਹਾ ਹੈ, ਵਾਕ ਵਿੱਚ ਪੜ੍ਹ ਰਿਹਾ ਹੈ ਵਿਧੇਯ ਹੈ। ਕਿਸਮਾਂ ਕਿਹੜੀਆਂ ਨੇ? ਵਾਕ ਨੂੰ ਮੁੱਖ ਤੌਰ 'ਤੇ ਦੋ ਆਧਾਰਾਂ 'ਤੇ ਵੰਡਿਆ ਜਾਂਦਾ ਹੈ। ਬਣਤਰ ਦੇ ਆਧਾਰ 'ਤੇ ਵਾਕਵੰਡ, ਰੂਪ ਦੇ ਆਧਾਰ 'ਤੇ ਵਾਕਵੰਡ। ਬਣਤਰ ਦੇ ਆਧਾਰ 'ਤੇ ਕਿਹੜੀ ਵਾਕਵੰਡ ਹੈ? ਸਧਾਰਨ, ਸੰਯੁਕਤ, ਮਿਸ਼ਰਤ। ਸਧਾਰਨ ਵਾਕ ਕਿਹੜੇ ਹੁੰਦੇ ਨੇ? ਜਿਹੜੇ ਵਾਕ ਵਿੱਚ ਕੇਵਲ ਇੱਕ ਕਿਰਿਆ ਹੁੰਦੀ ਹੈ, ਉਸ ਨੂੰ ਸਧਾਰਨ ਵਾਕ ਆਖ ਦਿੰਦੇ ਨੇ। ਜਿਵੇਂ ਹਰਪਾਲ ਨੇ ਰੋਟੀ ਖਾਧੀ, ਬੱਚੇ ਨੇ ਸ਼ੀਸ਼ਾ ਤੋੜਿਆ, ਕੁੜੀ ਖੇਡਦੀ ਸੀ। ਕਿਰਿਆ ਇੱਕੋ ਹੀ ਹੈ, ਖੇਡਦੀ ਸੀ, ਰੋਟੀ ਖਾਧੀ, ਸਿਰਫ ਰੋਟੀ ਖਾਣ ਦਾ ਕਰਮ ਕੀਤਾ ਗਿਆ ਹੈ ਜਾਂ ਖੇਡਣ ਦਾ। ਇਹ ਕੀ ਹੈ? ਸਧਾਰਨ ਵਾਕ ਹਨ। ਬਣਤਰ ਦੇ ਆਧਾਰ 'ਤੇ ਅਸੀਂ ਗੱਲ ਕਰ ਰਹੇ ਹਾਂ ਵਾਕਾਂ ਦੀ। ਦੂਸਰਾ ਹੈ ਸੰਯੁਕਤ ਵਾਕ। ਸੰਯੁਕਤ, ਜਦੋਂ ਵਾਕ ਵਿੱਚ ਦੋ ਜਾਂ ਦੋ ਤੋਂ ਵੱਧ ਸੁਤੰਤਰ ਵਾਕਾਂ ਜਾਂ ਉਪਵਾਕਾਂ ਨੂੰ ਕਾਹਦੇ ਨਾਲ ਜੋੜਿਆ ਗਿਆ ਹੋਵੇ? ਯੋਜਕਾਂ ਦੇ ਨਾਲ। ਯੋਜਕਾਂ ਦੇ ਨਾਲ ਜੋੜਿਆ ਗਿਆ ਹੋਵੇ, ਉਹਨਾਂ ਨੂੰ ਅਸੀਂ ਸੰਯੁਕਤ ਵਾਕ ਆਖਦੇ ਹਾਂ। ਜਿਸ ਵਾਕ ਵਿੱਚ ਕੀ ਹੋਵੇ? ਦੋ ਜਾਂ ਦੋ ਤੋਂ ਵੱਧ ਸੁਤੰਤਰ ਵਾਕ ਹੋਣ ਜਾਂ ਉਪਵਾਕਾਂ ਨੂੰ ਆਪਸ ਵਿੱਚ ਯੋਜਕਾਂ ਦੀ ਮਦਦ ਨਾਲ ਜੋੜਿਆ ਗਿਆ ਹੋਵੇ, ਉਹਨਾਂ ਨੂੰ ਸੰਯੁਕਤ ਵਾਕ ਆਖ ਦਿੰਦੇ ਨੇ। ਜਿਵੇਂ ਮੋਹਨ ਦੁਕਾਨ ਕਰਦਾ ਹੈ, ਵਾਕ ਪੂਰਾ ਹੈ, ਅਤੇ ਉਸਦੇ ਪਿਤਾ ਅਧਿਆਪਕ ਹਨ। ਉਸਦੇ ਪਿਤਾ ਅਧਿਆਪਕ ਹਨ, ਇਹ ਵੀ ਵਾਕ ਪੂਰਾ ਹੈ। ਦੋਨਾਂ ਵਾਕਾਂ ਨੂੰ ਕਾਹਦੇ ਨਾਲ ਜੋੜਿਆ ਗਿਆ? ਤੇ ਯੋਜਕ ਨਾਲ। ਇਹ ਕੀ ਹੈ? ਸੰਯੁਕਤ ਵਾਕ। ਇਸੇ ਤਰ੍ਹਾਂ ਹੋਰ ਉਦਾਹਰਨ ਹੈ, ਰਮਨ ਭਾਵੇਂ ਗਰੀਬ ਹੈ ਪਰ ਬਹੁਤ ਇਮਾਨਦਾਰ ਹੈ। ਪਰ ਯੋਜਕ। ਹਨੇਰੀ ਤਾਂ ਬਹੁਤ ਆਈ ਸੀ ਪਰ ਬਿਜਲੀ ਬੰਦ ਨਹੀਂ ਹੋਈ। ਪਰ ਯੋਜਕ। ਤੀਸਰਾ ਹੈ ਮਿਸ਼ਰਤ ਵਾਕ। ਜਿਹੜੇ ਵਾਕ ਵਿੱਚ ਇੱਕ ਤੋਂ ਵੱਧ ਕਿਰਿਆ ਹੋਵੇ, ਕਿਰਿਆ ਇੱਕ ਨਾ ਹੋਵੇ, ਇੱਕ ਨਾਲੋਂ ਵਧੇਰੇ ਹੋਵੇ। ਹੋਰ ਕੀ ਹੋਵੇ? ਇੱਕ ਪ੍ਰਧਾਨ ਉਪਵਾਕ ਅਤੇ ਬਾਕੀ ਅਧੀਨ ਉਪਵਾਕ ਹੋਣ। ਫਿਰ ਇਹ ਯੋਜਕਾਂ ਦੇ ਨਾਲ ਜੁੜ ਕੇ ਇੱਕੋ ਹਿੱਸਾ ਬਣਨ। ਪ੍ਰਧਾਨ ਉਪਵਾਕ ਅਤੇ ਅਧੀਨ ਹੈ ਜਿਹੜਾ, ਯੋਜਕ ਦੀ ਮਦਦ ਨਾਲ ਜੁੜ ਕੇ ਇੱਕ ਹਿੱਸਾ ਬਣ ਜਾਣ, ਉਸ ਵਾਕ ਨੂੰ ਮਿਸ਼ਰਤ ਵਾਕ ਆਖ ਦਿੰਦੇ ਨੇ। ਜਿਵੇਂ ਜੇ ਮੀਂਹ ਆਇਆ ਤਾਂ ਮੈਂ ਸ਼ਹਿਰ ਨਹੀਂ ਜਾਵਾਂਗਾ। ਜੇ ਮੀਂਹ ਆਇਆ, ਮੀਂਹ ਆਉਣਾ ਕਿਰਿਆ, ਸ਼ਹਿਰ ਨਹੀਂ ਜਾਣਾ ਉਹ ਵੀ ਕਿਰਿਆ ਹੈ। ਸੋ ਦੋ ਕਿਰਿਆਵਾਂ ਨੇ ਵਾਕ ਦੇ ਵਿੱਚ, ਅਤੇ ਵਾਕ ਅਧੂਰਾ ਰਹਿ ਜਾਂਦਾ ਜੇ ਮੀਂਹ ਨਾ ਆਇਆ ਤਾਂ ਯੋਜਕ ਜੋੜ ਕੇ ਫਿਰ ਉਹਨੂੰ ਕੰਪਲੀਟ ਕੀਤਾ, ਮੈਂ ਸ਼ਹਿਰ ਨਹੀਂ ਜਾਵਾਂਗਾ। ਇਸੇ ਤਰ੍ਹਾਂ ਮੈਂ ਛੁੱਟੀਆਂ ਵਿੱਚ ਕਿਤੇ ਨਹੀਂ ਗਿਆ ਕਿਉਂਕਿ ਪਿਤਾ ਜੀ ਬਹੁਤ ਬਿਮਾਰ ਸਨ। ਤੀਸਰਾ ਹੈ ਮੈਂ ਸਟੇਸ਼ਨ 'ਤੇ ਪਹਿਲਾਂ ਹੀ ਪਹੁੰਚ ਗਿਆ ਤਾਂ ਜੋ ਆਰਾਮ ਨਾਲ ਗੱਡੀ ਫੜ ਸਕਾਂ। ਸੋ ਇਹ ਅਸੀਂ ਬਣਤਰ ਦੇ ਆਧਾਰ 'ਤੇ ਜਿਹੜੀ ਵਾਕ ਵੰਡ ਹੈ ਉਸ ਨੂੰ ਅਸੀਂ ਪੜ੍ਹਿਆ ਹੈ। ਇਸ ਤੋਂ ਅੱਗੇ ਹੈ ਰੂਪ ਦੇ ਆਧਾਰ 'ਤੇ ਵਾਕ ਵੰਡ। ਰੂਪ ਦੇ ਆਧਾਰ 'ਤੇ ਕੀ ਹੈ? ਰੂਪ ਦੇ ਪੱਖ ਤੋਂ ਵੀ ਵਾਕ ਜਿਹੜੇ ਨੇ 5 ਕਿਸਮਾਂ ਵਿੱਚ ਵੰਡੇ ਜਾਂਦੇ ਨੇ। ਹਾਂ ਵਾਚਕ,
ਨਾਂਵਾਚਕ, ਪ੍ਰਸ਼ਨਵਾਚਕ, ਬਿਨੈਵਾਚਕ ਤੇ ਵਿਸਮੇ। ਹਾਂਵਾਚਕ ਕਿਹੜੇ ਨੇ? ਜਿਸ ਵਿੱਚ ਕਿਸੇ ਗੱਲ ਦਾ ਹਾਂ ਰੂਪ ਵਿੱਚ ਜ਼ਿਕਰ ਕੀਤਾ ਗਿਆ ਹੋਵੇ ਉਸ ਨੂੰ ਹਾਂਵਾਚਕ ਵਾਕ ਆਖ ਦਿੰਦੇ ਨੇ। ਅਧਿਆਪਕਾਂ ਨੇ ਆਸ਼ੀਰਵਾਦ ਦਿੱਤਾ, ਮੁੰਡਾ ਪੜ੍ਹ ਰਿਹਾ ਹੈ, ਬੱਚੇ ਖੇਡ ਰਹੇ ਸਨ, ਸਾਰਾ ਹੀ ਹਾਂਵਾਚਕ ਨੇ। ਨਾਂਵਾਚਕ ਕਿਹੜੇ ਹੋਣਗੇ? ਜਿਸ ਵਿੱਚ ਗੱਲ ਦਾ ਵਰਣਨ ਕੀ ਹੋਵੇ? ਨਾ ਰੂਪ ਵਿੱਚ, ਨੈਗੇਟਿਵਿਟੀ ਵਿੱਚ ਹੋਵੇ, ਉਸ ਨੂੰ ਨਾਂਵਾਚਕ ਵਾਕ ਆਖਦੇ ਨੇ। ਮੇਰੇ ਕੋਲ ਕੋਈ ਨਾਵਲ ਨਹੀਂ ਹੈ। ਮੈਂ ਕਿਸੇ ਦਲਾਲ ਨੂੰ ਨਹੀਂ ਜਾਣਦਾ। ਸਰਕਾਰ ਨੇ ਗਰੀਬਾਂ ਦੀ ਸਹਾਇਤਾ ਨਹੀਂ ਕੀਤੀ, ਸਾਰੇ ਨਾਂਵਾਚੀ ਨੇ। ਪ੍ਰਸ਼ਨ ਜਿਹਦੇ ਵਿੱਚ ਕੋਈ ਪ੍ਰਸ਼ਨ ਕੀਤਾ ਗਿਆ ਹੋਵੇ। ਬਲਕਾਰ ਕੀ ਕਰ ਰਿਹਾ ਹੈ? ਪ੍ਰਸ਼ਨ ਪੁੱਛਿਆ ਗਿਆ। ਬੱਚੇ ਰੌਲਾ ਕਿਉਂ ਪਾ ਰਹੇ ਹਨ? ਇਹ ਵੀ ਪ੍ਰਸ਼ਨ ਪੁੱਛਿਆ ਗਿਆ। ਲਾਲਾ ਲਾਜਪਤ ਰਾਏ ਕੌਣ ਸਨ? ਇਹ ਵੀ ਪ੍ਰਸ਼ਨ ਪੁੱਛਿਆ ਗਿਆ। ਕੀ, ਕੌਣ ਪ੍ਰਸ਼ਨ ਹਨ, ਪ੍ਰਸ਼ਨਵਾਚੀ ਵਾਕ। ਤੇ ਬਿਨੇ ਕੀ ਹੁੰਦਾ? ਬੇਨਤੀ। ਜਦੋਂ ਵਾਕ ਵਿੱਚ ਕੋਈ ਬੇਨਤੀ ਜਾਂ ਆਗਿਆ ਕੀਤੀ ਜਾਵੇ ਉਸ ਨੂੰ ਬਿਨੈਵਾਚਕ ਵਾਕ ਆਖ ਦਿੰਦੇ ਨੇ। ਬੇਨਤੀ ਕਿਵੇਂ ਕਰੀਦੀ? ਅਸੀਂ ਕਿਰਪਾ ਕਰਕੇ ਮੇਰੀ ਗੱਲ ਜ਼ਰੂਰ ਮੰਨ ਲਓ। ਅਸੀਂ ਪਲੀਜ਼ ਵਰਡ ਵਰਤਦੇ ਹਾਂ ਨਾ ਇੰਗਲਿਸ਼ ਵਿੱਚ। ਰਮਨ ਤੂੰ ਛੇਤੀ ਦੁਕਾਨ 'ਤੇ ਪਹੁੰਚ ਜਾ, ਇਹਦੇ ਵਿੱਚ ਵੀ ਆਗਿਆ ਦਿੱਤੀ ਗਈ ਹੈ। ਮਿਹਰਬਾਨੀ ਕਰਕੇ ਮੈਨੂੰ ਕੁਝ ਰੁਪਏ ਦੇ ਦਿਓ, ਬੇਨਤੀ ਹੈ। ਵਿਸਮੇ ਕੀ ਹੈ? ਅਗਲਾ ਹੈ ਵਿਸਮੇ। ਜਿਹੜੇ ਵਾਕ ਖੁਸ਼ੀ, ਗਮੀ, ਹੈਰਾਨੀ, ਪ੍ਰਸ਼ੰਸਾ ਜਾਂ ਤਾੜਨਾ ਆਦਿ ਨਾਲ ਸੰਬੰਧਿਤ ਕਿਸੇ ਭਾਵ ਨੂੰ ਪ੍ਰਗਟ ਕਰਦੇ ਹਨ। ਖੁਸ਼ੀ ਵੀ ਪ੍ਰਗਟਾਉਂਦੇ ਹਨ, ਗਮੀ, ਹੈਰਾਨੀ, ਪ੍ਰਸ਼ੰਸਾ ਜਾਂ ਤਾੜਨਾ ਸੁਚੇਤ ਕਰ ਰਹੇ ਹੋਣ, ਉਹਨਾਂ ਨੂੰ ਵਿਸਮੇਵਾਚਕ ਵਾਕ ਆਖ ਦਿੰਦੇ ਨੇ। ਕਾਸ਼ ਮੈਂ ਅਮੀਰ ਹੁੰਦਾ, ਇਹਦੇ ਵਿੱਚ ਕੀ ਹੈ? ਇੱਛਾ ਹੈ, ਕਾਸ਼ ਮੈਂ ਅਮੀਰ ਹੁੰਦਾ। ਸਾਵਧਾਨ, ਅੱਗੇ ਸੜਕ ਟੁੱਟੀ ਹੋਈ ਹੈ, ਸਾਵਧਾਨ ਕਰ ਦਿੱਤਾ, ਤਾੜਿਆ ਹੈ। ਸ਼ਾਬਾਸ਼, ਇਸੇ ਤਰ੍ਹਾਂ ਮਿਹਨਤ ਕਰਦੇ ਰਹੋ, ਖੁਸ਼ੀ ਦੇ ਵਿੱਚ ਪ੍ਰਸ਼ੰਸਾ ਕੀਤੀ ਗਈ ਹੈ। ਇਹ ਆਪਾਂ ਵਾਕ ਸੰਬੰਧੀ ਪੜ੍ਹਿਆ ਹੈ, ਕਿਵੇਂ ਵੰਡ ਹੁੰਦੀ ਹੈ ਬਣਤਰ ਦੇ ਆਧਾਰ 'ਤੇ ਰੂਪ ਦੇ ਆਧਾਰ 'ਤੇ। ਬਾਕੀ ਦਾ ਅਸੀਂ ਕੱਲ੍ਹ ਕਰਦੇ ਹਾਂ। ਧੰਨਵਾਦ।